Good morning, student. How are you, student? Student, today we'll start your next chapter. This is the part of geography. The lesson name is lesson number second. Lesson name is motion of earth. Motions ਦਾ ਮਤਲਬ ਸਟੂਡੈਂਟ ਦਾ ਗਤੀਆਂ, ਮੂਵਮੈਂਟ ਕਹਿ ਸਕਦੇ ਹਾਂ ਆਪਾਂ। ਇਸ ਨੇਮ ਤੋਂ ਹੀ ਸ਼ੋ ਹੁੰਦਾ ਇਹਦੇ ਵਿੱਚ ਆਪਾਂ ਕੀ ਰੀਡ ਕਰਾਂਗੇ, ਜਿਹੜੀ ਆਪਣੀ ਅਰਥ ਆ ਉਹਦੀ ਮੂਵਮੈਂਟ ਬਾਰੇ ਗੱਲ ਕਰਾਂਗੇ। ਓਕੇ, ਨੈਕਸਟ, the sun rises in the eastern morning and sets in the western evening and east and morning। ਬੇਟਾ ਤੁਹਾਨੂੰ ਪਤਾ ਹੀ ਜਿਹੜਾ ਸਨ ਆ ਰਾਈਜ਼ ਹੁੰਦਾ, ਮਾਰਨਿੰਗ ਟਾਈਮ ਰਾਈਜ਼ ਹੁੰਦਾ ਕਿਹੜੀ ਸਾਈਡ ਤੋਂ? ਈਸਟ ਦੀ ਸਾਈਡ ਤੋਂ। ਤੇ ਸਿਟਸ ਕਿਹੜੀ ਸਾਈਡ ਤੋਂ ਹੁੰਦਾ? ਵੈਸਟ ਦੀ ਸਾਈਡ ਤੋਂ। ਇਟ ਸੀਮਸ, ਸਾਨੂੰ ਲੱਗਦਾ ਬੇਟਾ, ਐਜ਼ ਇਫ ਸਨ ਟਰੈਵਲ ਅਰਾਊਂਡ ਦੀ ਅਰਥ। ਸਾਨੂੰ ਇਸ ਤਰ੍ਹਾਂ ਜਾਪਦਾ ਕਿ ਜਿਹੜਾ ਸਨ ਆ, ਸੂਰਜ ਆ, ਜਿਹੜੀ ਆਪਣੀ ਧਰਤੀ ਆਲੇ ਦੁਆਲੇ ਟਰੈਵਲ ਕਰ ਰਿਹਾ ਹੈਗਾ। ਠੀਕ ਆ, ਬਟ ਇਨ ਫੈਕਟ ਇਟ ਇਜ਼ ਅਦਰਵਾਈਜ਼। ਪਰ ਇਹ ਸੱਚਾਈ ਨਹੀਂ ਗੀ ਬੇਟਾ। ਇਟ ਇਜ਼ ਦੀ ਅਰਥ ਰੋਟੇਟ ਇਟ ਇਜ਼ ਐਕਸਸ ਐਂਡ ਰਿਵੋਲਵ ਅਰਾਊਂਡ ਦੀ ਸਨ। ਇੱਕ ਅਰਥ ਹੀ ਆ ਸਟੂਡੈਂਟ ਜੋ ਰੋਟੇਟ ਕਰਦੀ ਹੈ। ਐਕਸਸ ਹੁੰਦਾ ਸਟੂਡੈਂਟ ਉਹਦਾ ਆਪਣਾ ਧੁਰਾ, ਆਪਣੇ ਸੈਂਟਰ ਦੇ ਦੁਆਲੇ ਘੁੰਮਣਾ ਕਿਸੇ ਵੀ ਚੀਜ਼ ਨੇ। ਓਕੇ, ਤੇ ਰਿਵੋਲਵ ਕਰਦੀ ਆ ਅਰਾਊਂਡ ਦੀ ਸਨ। ਦੇਖੋ ਬੇਟਾ, ਇਹ ਅਰਥ ਆ। ਓਕੇ, ਆ ਐਕਸਸ ਹੈ ਅਰਥ ਦਾ, ਸੈਂਟਰ ਵਾਲਾ। ਡਨ। ਇੱਕ ਤਾਂ ਅਰਥ ਨੇ ਐਕਸਿਸ ਦੇ ਦੁਆਲੇ ਰੋਟੇਟ ਕਰਨਾ ਹੈਗਾ, ਇਸ ਤਰ੍ਹਾਂ ਆਪਣੀ ਐਕਸਿਸ ਦੇ ਦੁਆਲੇ ਕੀ ਕਰਦੀ ਆ? ਰੋਟੇਟ ਕਰਦੀ ਹੈਗੀ ਆ। ਇਸ ਤੋਂ ਇਲਾਵਾ ਸਟੂਡੈਂਟ ਅਰਥ ਕੀ ਕਰਦੀ ਆ? ਸਪੋਜ਼ ਆ ਸਨ ਆ, ਓਕੇ, ਆ ਸਨ ਆ, ਸਨ ਦੇ ਦੁਆਲੇ ਮਤਲਬ ਅਰਾਊਂਡ ਦੀ ਸਨ ਰਿਵੋਲਵ ਕਰਦੀ। ਡਨ। ਅਰਥ ਮੰਨ ਸਕਦੇ ਤੁਸੀਂ ਇਸ ਨੂੰ। ਇਸ ਤਰ੍ਹਾਂ ਉਹ ਸਨ ਦੇ ਦੁਆਲੇ ਰਿਵੋਲਵ ਕਰਦੀ ਹੈਗੀ। ਬੇਟਾ ਕਲੀਅਰ ਹੈ ਨਾ ਕਨਸੈਪਟ ਇਹ? ਯੂ ਮਸਟ ਹੈਵ ਗੋਟ ਦਿਸ ਐਕਸਪੀਰੀਅੰਸ। ਤੁਹਾਡੇ ਜੇ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ ਆਪਾਂ, ਤੁਸੀਂ ਟਰੈਵਲ ਕਰਦੇ ਹਾਂ ਨਾ, ਟ੍ਰੇਨ ਦੇ ਵਿੱਚ ਕਰਦੇ ਹਾਂ ਜਾਂ ਬੱਸ ਦੇ ਵਿੱਚ ਕਰਦੇ ਹਾਂ ਜਾਂ ਆਪਣੀ ਗੱਡੀ ਦੇ ਵਿੱਚ ਕਰਦੇ ਹਾਂ, ਤੁਸੀਂ ਕੀ ਦੇਖਦੇ ਆ? ਜਦੋਂ ਬਾਹਰ ਸ਼ੀਸ਼ੇ ਦੇ ਥਰੂ, ਵਿੰਡੋ ਦੇ ਥਰੂ ਤੁਸੀਂ ਕੀ ਦੇਖਦੇ ਆ? ਜਿਹੜੇ ਟ੍ਰੀਜ਼ ਹੁੰਦੇ ਆ, ਜਦੋਂ ਟ੍ਰੇਨ ਮੂਵ ਕਰਦੀ ਆ ਜਾਂ ਤੁਹਾਡੀ ਗੱਡੀ ਮੂਵ ਕਰਦੀ ਹੈਗੀ ਆ, ਜਿਹੜੇ ਉਹਦੇ ਦੁਆਲੇ ਅਰਾਊਂਡ ਪੋਲਸ ਹੁੰਦੇ ਆ, ਟਰੀਜ਼ ਹੁੰਦੇ ਆ, ਹਾਊਸਿਸ ਹੁੰਦੇ ਆ, ਉਹ ਇੱਕ ਤਰ੍ਹਾਂ ਮੂਵਮੈਂਟ ਕਰ ਰਹੇ ਹੁੰਦੇ ਆ। ਠੀਕ ਆ, ਵਿਚ ਆਰ ਸਟੇਸ਼ਨਰੀ। ਓਕੇ, ਉਹ ਇੱਕ ਤਰ੍ਹਾਂ ਮੂਵਮੈਂਟ ਕਰ ਰਿਹਾ। ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਟਰੀਜ਼ ਵਗੈਰਾ ਹੈਗੇ ਆ, ਪੋਲਸ ਵਗੈਰਾ ਹੈਗੇ ਆ ਜਾਂ ਬਿਲਡਿੰਗ ਹੈਗੀਆਂ, ਉਹ ਮੂਵ ਕਰਦੀਆਂ ਪਈਆਂ। ਅਤੇ ਜਿਸ ਗੱਡੀ ਜਾਂ ਟ੍ਰੇਨ ਜਾਂ ਬੱਸ ਵਿੱਚ ਅਸੀਂ ਟਰੈਵਲ ਕਰ ਰਹੇ ਹਾਂ ਉਹ ਸਥਿਰ ਆ, ਸਟੇਸ਼ਨਰੀ ਸਥਿਰ, ਇੱਕ ਤਾਂ ਖੜ੍ਹੀ ਹੋਈ ਆ। ਬਟ ਸਟੂਡੈਂਟ ਅਜਿਹਾ ਨਹੀਂ ਹੁੰਦਾ। ਠੀਕ ਆ, ਇਹੀ ਸਾਰਾ ਜਿਹੜਾ ਆਪਣਾ ਕਨਸੈਪਟ ਆ ਅਰਥ ਨਾਲ ਰਿਲੇਟਡ ਆ। ਇਸ ਤਰ੍ਹਾਂ ਹੀ ਸਾਨੂੰ ਲੱਗਦਾ ਕਿ ਜਿਹੜਾ ਸਨ ਆ ਉਹ ਮੂਵ ਕਰ ਰਿਹਾ ਹੈਗਾ ਅਤੇ ਅਸੀਂ ਇੱਕ ਥਾਂ ਖੜ੍ਹੇ, ਅਰਥ ਹੈ ਇੱਕ ਥਾਂ ਟਿਕੀ ਹੋਈ ਹੈ। ਠੀਕ ਆ, ਸੋ ਬੇਟਾ ਇਹ ਕੀ ਸੀਗਾ? ਇਟ ਇਜ਼ ਵੈਰੀ ਮਾਈਥ ਪਜ਼ਲਡ। ਉਹਨਾਂ ਲਈ ਜਿਹੜੇ ਐਸਟਰੋਨੋਮਸ ਸੀਗੇ, ਮਤਲਬ ਜਿਹੜੇ ਸਾਇੰਟਿਸਟ ਵਿਗਿਆਨੀ ਸੀਗੇ ਜਿਹੜੇ, ਠੀਕ ਆ, ਉਹਨਾਂ ਲਈ ਬਹੁਤ ਹੀ ਜ਼ਿਆਦਾ ਮਾਈਥ, ਮਤਲਬ ਬਹੁਤ ਹੀ ਜ਼ਿਆਦਾ ਡੂੰਘਾ ਕੁਐਸਚਨ ਬਣਿਆ ਸੀ। ਪਜ਼ਲਿੰਗ ਉਹਨਾਂ ਲਈ ਇੱਕ ਪਹੇਲੀ ਬਣੀ ਹੋਈ ਸੀ ਇਸ ਨੂੰ ਕਲੀਅਰ ਕਰਨਾ। ਉਹਨਾਂ ਨੇ ਬਹੁਤ ਲੌਂਗ ਟਾਈਮ ਸਟਰਗਲ ਕੀਤਾ ਇਹਦੇ ਉੱਪਰ। ਠੀਕ ਆ, ਅਲਟੀਮੇਟਲੀ ਇਟ ਵਾਜ਼ ਡਿਸਕਵਰਡ। ਆਖਿਰ ਵਿੱਚ ਉਹਨਾਂ ਨੇ ਡਿਸਕਵਰ ਕਰ ਲਿਆ ਕਿ ਜਿਹੜੀ ਸਨ ਆ ਇੱਕ ਥਾਂ ਸਥਿਰ ਆ, ਮਤਲਬ ਇੱਕ ਥਾਂ ਖੜ੍ਹਾ ਹੈਗਾ, ਬਟ ਜਿਹੜੀ ਅਰਥ ਆ ਉਹ ਮੂਵਮੈਂਟ ਕਰਦੀ ਹੈਗੀ ਆ। ਜਿਹੜੇ ਸਾਇੰਟਿਸਟ ਦੀ ਜੇ ਗੱਲ ਕਰਦੇ ਹਾਂ, ਗੈਲੀਲੀਓ ਸੀਗਾ ਐਂਡ ਕੋਪਰਨਿਕਸ, ਉਹਨਾਂ ਨੇ ਇਹ ਕਲੀਅਰ ਕੀਤਾ ਸਨ ਇਜ਼ ਸਟੇਸ਼ਨਰੀ, ਕਿ ਸਨ ਇੱਕ ਥਾਂ ਖੜ੍ਹਾ ਹੋਇਆ ਅਤੇ ਅਰਥ ਕੀ ਆ? ਮੂਵਮੈਂਟ ਕਰਦੀ ਆ। ਇਹ ਕੀ ਆ? ਬਹੁਤ ਹੀ ਵੱਡੀ ਡਿਸਕਵਰੀ ਸੀਗੀ। ਅੰਡਰਸਟੂਡ? ਬਿਸਾਈਡ ਦੀ ਮੂਵਿੰਗ ਅਰਾਊਂਡ ਦੀ ਸਨ ਅਵਰ ਅਰਥ ਇਜ਼ ਮੂਵਿਜ਼ ਔਨ ਇਟਸ ਓਨ ਐਕਸਿਸ। ਉਹ ਆਪਣੇ ਧੁਰੇ ਦੇ ਦੁਆਲੇ ਸਟੂਡੈਂਟ ਘੁੰਮਦੀ ਆ। ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਸਟੂਡੈਂਟ। ਦੇਖੋ ਆ ਸਨ ਆ, ਜਾਂ ਤੁਸੀਂ ਇੱਕ ਬੋਲ ਲੈ ਸਕਦੇ ਹਾਂ। ਠੀਕ ਆ, ਬੋਲ ਗੋਲ ਹੁੰਦੀ ਆ, ਰਾਊਂਡ ਹੁੰਦੀ ਆ, ਉਹਦਾ ਸੈਂਟਰ ਹੁੰਦਾ ਇੱਕ। ਠੀਕ ਆ, ਉਹ ਆਪਣੇ ਸੈਂਟਰ ਦੇ ਦੁਆਲੇ ਵੀ ਰਾਊਂਡ ਕਰਦੀ ਹੁੰਦੀ ਹੈ। ਬੋਲ ਨੂੰ ਘੁਮਾ ਕੇ ਦੇਖੋਗੇ ਤੁਸੀਂ, ਉਹ ਆਪਣੇ ਸੈਂਟਰ ਦੇ ਦੁਆਲੇ ਘੁੰਮੂਗੀ। ਤੁਸੀਂ ਇੱਕ ਕੋਈ ਵੀ ਮਾਰਕ ਨਾਲ ਨਿਸ਼ਾਨ ਟਿਕ ਕਰ ਲਿਓ, ਉਹ ਉਹਦਾ ਜਿਹੜਾ ਸੈਂਟਰ ਹੋਊਗਾ ਉਸੇ ਜਗ੍ਹਾ 'ਤੇ ਖੜ੍ਹਾ ਹੋਊਗਾ, ਬਟ ਉਹਦੇ ਦੁਆਲੇ ਕੀ ਆ? ਰਾਊਂਡ ਕਰੂਗੀ। ਇਸੇ ਤਰ੍ਹਾਂ ਹੀ ਅਰਥ ਆ। ਓਕੇ,
ਜਿਹੜੀ ਤਾਂ ਸਟੂਡੈਂਟ ਅਰਥ ਐਕਸਿਸ ਦੇ ਦੁਆਲੇ ਰਾਊਂਡ ਕਰਦੀ ਉਹਨੂੰ ਰੋਟੇਸ਼ਨ ਬੋਲਿਆ ਜਾਂਦਾ। ਇਹ ਕਨਸੈਪਟ ਆਪਣਾ, ਠੀਕ ਆ। ਜਿਹੜੀ ਸਨ ਦੇ ਦੁਆਲੇ ਰਾਊਂਡ ਕਰਦੀ ਆ ਉਹਨੂੰ ਰਿਵੋਲੂਸ਼ਨ ਬੋਲਿਆ ਜਾਂਦਾ, ਰਿਵੋਲਵ ਕਰਦੀ ਹੁੰਦੀ ਆ। ਓਕੇ, ਇਸ ਤਰ੍ਹਾਂ ਕੀ ਆ ਜਿਹੜੀ ਅਰਥ ਹੈਗੀਆਂ ਉਹਦੀਆਂ, ਜੇ ਆਪਾਂ ਮੂਵਮੈਂਟਸ ਦੀ ਗੱਲ ਕਰਦੇ ਹਾਂ, ਜੇ ਮੋਸ਼ਨ ਦੀ ਗੱਲ ਕਰਦੇ ਹਾਂ, 2 ਟਾਈਪਸ ਦੀ ਮੋਸ਼ਨ ਆ, ਰੋਟੇਸ਼ਨ ਐਂਡ ਰਿਵੋਲੂਸ਼ਨ। ਫਸਟ ਆਫ ਆਲ ਵੀ ਵਿਲ ਡਿਸਕਸਿੰਗ ਅਬਾਊਟ ਦੀ ਰੋਟੇਸ਼ਨ। ਯਸ ਟੂ ਰੋਟੇਟ ਦੀ ਗਲੋਬ। ਤੁਸੀਂ ਸਟੂਡੈਂਟ ਗਲੋਬ ਨੂੰ ਦੇਖੇ ਹੁਣ, ਆਪਾਂ ਦੇ ਨੀਚੇ ਦੇਖਦੇ ਹਾਂ, ਸਪੋਜ਼ ਆ ਗਲੋਬ ਆ, ਹੈ ਨਾ, ਠੀਕ ਆ। ਅਰਥ ਆ, ਗਲੋਬ ਆ। ਇਸ ਤਰ੍ਹਾਂ ਗਲੋਬ ਜਿਹੜਾ ਹੁੰਦਾ ਸਟੂਡੈਂਟ ਉਹ ਇੱਕ ਅਰਥ ਦਾ ਇੱਕ ਚਿੱਤਰ ਬਣਿਆ ਹੁੰਦਾ ਕਿ ਧਰਤੀ ਸਾਡੀ ਇਸ ਤਰ੍ਹਾਂ ਦੀ ਹੈਗੀ ਆ। ਵੀ ਵਿਲ ਰੋਟੇਟ ਅਰਾਊਂਡ ਇਟਸ ਐਕਸਲ। ਜਿਹੜਾ ਗਲੋਬ ਆ ਸਟੂਡੈਂਟ ਉਹ ਵੀ ਇੱਕ ਟੇਢੀ ਸ਼ੇਪ ਦੇ ਵਿੱਚ ਹੁੰਦਾ, ਉਹ ਵੀ ਆਪਣੇ ਐਕਸਲ ਦੇ ਦੁਆਲੇ ਰੋਟੇਟ ਕਰਦਾ ਜਦੋਂ ਉਸ ਨੂੰ ਆਪਾਂ ਹੱਥ ਨਾਲ ਹਿਲਾਉਂਦੇ ਹਾਂ। ਸਿਮਿਲਰਲੀ ਦੀ ਅਰਥ ਰੋਟੇਟ ਇਟਸ ਐਕਸਿਸ, ਉਸੇ ਤਰ੍ਹਾਂ ਹੀ ਜਿਹੜੀ ਅਰਥ ਆਪਣੇ ਧੁਰੇ ਦੁਆਲੇ ਘੁੰਮਦੀ ਹੈ। ਟੂ ਕੰਪਲੀਟ ਇਟਸ ਰਾਊਂਡ ਅਲੋਂਗ ਐਕਸਿਸ ਐਂਡ 24 ਹਾਰਸ ਐਂਡ ਦੀ ਡਾਇਰੈਕਸ਼ਨ ਵੈਸਟ ਟੂ ਈਸਟ। ਓਕੇ, ਇਹ ਇੰਟਰਸਟਿੰਗ ਚੀਜ਼ ਆ ਸਟੂਡੈਂਟ। ਤੁਹਾਡੇ ਮਾਈਂਡ 'ਚ ਆਉਂਦਾ ਉਹ ਜਿਹੜੇ ਅਰਥ ਆ ਰਿਵੋਲਵ ਤਾਂ ਕਰਦੀ ਹੈਗੀ ਆ, ਠੀਕ ਆ, ਆਪਣੇ ਰੋਟੇਸ਼ਨ ਤਾਂ ਦਿੰਦੀ ਹੈਗੀ ਆਪਣੇ ਧੁਰੇ ਦੇ ਦੁਆਲੇ, ਬਟ ਇਹ ਆਪਣਾ ਜਿਹੜਾ ਸਰਕਲ ਆ ਕਿੰਨੇ ਟਾਈਮ 'ਚ ਪੂਰਾ ਕਰਦੀ ਹੈਗੀ ਆ, ਐਨ 24 ਹਾਰਸ। ਐਕਸਿਸ ਦੇ ਦੁਆਲੇ ਸਟੂਡੈਂਟ ਜੇ ਰੋਟੇਸ਼ਨ ਅਰਥ ਦੀ ਕੀ ਆ, 24 ਹਾਰਸ ਆ। ਓਕੇ, ਇੰਟਰਸਟਿੰਗ ਆ, ਇਹਨੂੰ ਧਿਆਨ ਨਾਲ ਸੁਣਨਾ ਬੇਟਾ। ਜੇ ਆਪਾਂ ਰਿਵੋਲੂਸ਼ਨ ਦੀ ਗੱਲ ਕਰਦੇ ਹਾਂ ਸਟੂਡੈਂਟ, ਉਹ 1 ਸਾਲ ਦੇ ਵਿੱਚ 1 ਈਅਰ ਦੇ ਵਿੱਚ ਆਪਣਾ ਚੱਕਰ ਕੀ ਆ, ਸਨ ਦੇ ਦੁਆਲੇ ਪੂਰਾ ਕਰਦੀ। ਆਪਣੇ ਐਕਸਿਸ ਦੇ ਦੁਆਲੇ ਜੇ ਗੱਲ ਕਰਦੇ ਹਾਂ 24 ਹਾਰਸ ਕਰਦੀ ਆ। ਜੇ ਸਟੂਡੈਂਟ ਆਪਾਂ ਗੱਲ ਕਰਦੇ ਹਾਂ ਸੂਰਜ ਸਨ ਦੀ ਗੱਲ ਕਰਦੇ ਹਾਂ, ਉਹਦੇ ਦੁਆਲੇ 365 ਦਿਨ, ਮੀਨ 1 ਈਅਰ ਦੇ ਵਿੱਚ 365 ਡੇਜ਼। ਅੰਡਰਸਟੂਡ ਬੇਟਾ। ਨੈਕਸਟ ਅਸੀਂ ਮੂਵ ਹੁੰਦੇ ਹਾਂ, ਦਿਸ ਕਾਲਡ ਰੋਟੇਸ਼ਨ ਆਫ ਅਰਥ। ਚਲੋ, ਇੱਕ ਆ ਵੈਸਟ ਟੂ ਈਸਟ। ਧਿਆਨ ਦਿਓ ਬੇਟਾ, ਵੈਸਟ ਟੂ ਈਸਟ ਦੇ ਵਿੱਚ ਰਿਵੋਲਵ ਕਰਦੀ ਹੈਗੀ ਆ, ਰੋਟੇਸ਼ਨ ਉਹਦੀ ਕੀ ਆ, ਵੈਸਟ ਟੂ ਈਸਟ। ਆਹ ਲੋਕੇਸ਼ਨ ਆ ਆਪਣੀ, ਵੈਸਟ ਆ, ਆ ਈਸਟ ਆ। ਕਿਸ ਤਰ੍ਹਾਂ ਚੱਲਦੀ ਹੈ ਸਟੂਡੈਂਟ, ਇਸ ਗਤੀ ਦੇ ਵਿੱਚ। ਡਨ, ਅੰਡਰਸਟੂਡ। ਨੈਕਸਟ ਬੇਟਾ ਹੈਗਾ, this is called the rotation of earth. The axis is an imaginary line and the passes through the center. It is the 2 ends of the north pole and the south pole. ਹੁਣ north pole ਤੇ south pole ਆਪਾਂ ਦੇਖਦੇ ਹਾਂ ਸਟੂਡੈਂਟ। ਆ ਇਮੇਜਿਨਰੀ ਲਾਈਨਸ ਹੁੰਦੀਆਂ, ਆ ਜਿਹੜੀਆਂ ਅੰਦਰ ਆਉਂਦੀਆਂ ਪਈਆਂ ਤੁਸੀਂ ਦੇਖਦੇ ਪਏ ਅਰਥ ਦੇ ਵਿੱਚ, this one and this one, ਇਹ ਇਮੇਜਿਨਰੀ ਲਾਈਨ ਆ, ਠੀਕ ਆ। ਆ ਕੀ ਆ, ਇਕੁਏਟਰ ਆ, ਇਕੁਏਟਰ this one, ਇਹ ਇਕੁਏਟਰ ਆ। ਤੁਸੀਂ ਕਹਿ ਸਕਦੇ ਆ ਕਿ ਧਰਤੀ ਦਾ ਆਪਣੀ ਜਿਹੜੀ ਅਰਥ ਆ ਉਹਦਾ ਹੁਣ ਹਾਫ ਪਾਰਟ ਦੇ ਵਿੱਚ ਵੰਡਿਆ ਹੋਇਆ। ਇੱਕ ਇਮੇਜਿਨਰੀ ਮਤਲਬ ਕਾਲਪਨਿਕ ਲਾਈਨ, ਇੱਕ ਆਪਾਂ ਕ੍ਰੀਏਟ ਕੀਤੀਆਂ ਹੋਈਆਂ ਉਹਨੂੰ, ਮਤਲਬ ਇੱਕ ਧਰਤੀ ਨੂੰ ਇਸ ਤਰ੍ਹਾਂ ਡਿਵੀਜ਼ਨ ਕਰਨ ਲਈ, ਠੀਕ ਆ। ਜੇ ਆਪਾਂ ਉੱਪਰ ਦੇਖਦੇ ਹਾਂ, ਆ ਨਾਰਥ ਸਾਊਥ ਆ, ਹੈ ਨਾ, ਆ ਨਾਰਥ ਐਂਡ ਸਾਊਥ, ਆ ਨਾਰਥ ਆ ਸਟੂਡੈਂਟ ਐਂਡ ਸਾਊਥ, ਇਹਨੂੰ ਨਾਰਥ ਪੋਲ ਬੋਲਿਆ ਜਾਂਦਾ। ਨੀਚੇ ਵਾਲੇ ਨੂੰ ਕੀ ਬੋਲਾਂਗੇ, ਸਾਊਥ ਪੋਲ। ਓਕੇ ਬੇਟਾ। ਹੁਣ ਆਪਣੇ ਕੋਲੇ ਆਪਣੇ ਬਹੁਤ ਇੰਟਰਸਟਿੰਗ ਕੁਐਸਚਨ ਆ ਜਾਂਦਾ ਕਿ ਧਰਤੀ ਆਪਣੀ ਜਿਹੜੀ ਅਰਥ ਆ ਉਹਦਾ ਐਂਗਲ ਕੀ ਆ। 66 ਡਿਗਰੀ ਐਂਗਲ ਆ ਸਟੂਡੈਂਟ, 66 ਡਿਗਰੀ ਤੋਂ ਅਬਾਵ ਆ, ਯੂ ਕੈਨ ਸੀ ਦਿਸ, ਉਹਦਾ ਐਂਗਲ। ਦੇਖੋ ਤੁਸੀਂ ਮੈਥ ਪੜ੍ਹਿਆ ਹੋਣਾ ਐਂਗਲ, ਠੀਕ ਆ। ਆਹ ਆਪਾਂ ਜੇ ਇਸ ਤਰ੍ਹਾਂ ਦਾ ਐਂਗਲ ਆ ਜੇ ਆਪਾਂ ਨੂੰ 90 ਡਿਗਰੀ ਕੰਸੀਡਰ ਕਰ ਲੈਂਦੇ ਹਾਂ, ਡਨ। ਬਟ ਤੁਸੀਂ ਜੇ ਅਰਥ ਦੀ ਗੱਲ ਕਰਦੇ ਹੋ ਉਹਦਾ ਐਂਗਲ ਦੇਖੋ ਸਟੂਡੈਂਟ, ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਮੈਂ। ਆ ਅਰਥ ਦਾ ਆਪਣੀ ਦਾ ਐਂਗਲ ਆ। ਜੇ ਤਾਂ ਐਂਗਲ ਸਿੱਧਾ ਹੁੰਦਾ, ਮਤਲਬ ਸਟਰੇਟ ਹੁੰਦਾ, ਬਿਲਕੁਲ ਇਸ ਤਰ੍ਹਾਂ ਹੋਣਾ ਸੀ, ਠੀਕ ਆ, ਫਿਰ ਤਾਂ ਆਪਾਂ 90 ਡਿਗਰੀ ਕੰਸੀਡਰ ਕਰਨਾ ਸੀ। ਬਟ ਜਿਹੜੀ ਆਪਣੀ ਅਰਥ ਆ ਥੋੜ੍ਹੀ ਜਿਹੀ ਸਟੂਡੈਂਟ ਟੇਢੀ ਹੋਈ ਵੀ ਆ, ਮਤਲਬ ਇੱਕ ਟੇਢੀ ਸ਼ੇਪ ਦੇ ਵਿੱਚ ਆ। ਓਕੇ, ਇਹਦਾ ਐਂਗਲ ਕੀ ਬਣ ਗਿਆ ਸਟੂਡੈਂਟ, 66 ਤੋਂ ਅਬਾਵ ਡਿਗਰੀ ਆ। ਅੰਡਰਸਟੂਡ। ਇਸ ਐਂਗਲ ਦੇ ਥਰੂ ਜਿਹੜੀ ਆਪਣੀ ਏਅਰ ਹੁੰਦੀ ਆ, ਮਤਲਬ ਹਵਾ ਚੱਲਦੀ ਹੈਗੀ ਆ, ਉਹਦੀ ਮੂਵਮੈਂਟ ਹਮੇਸ਼ਾ ਸਟੂਡੈਂਟ ਸਿੱਧੀ ਨਹੀਂ ਹੁੰਦੀ, ਸਟਰੇਟ ਨਹੀਂ ਹੁੰਦੀ, ਇੱਕ ਡਾਇਰੈਕਸ਼ਨ ਤੋਂ ਦੂਸਰੀ ਡਾਇਰੈਕਸ਼ਨ ਦੇ ਵਿੱਚ ਸਿੱਧੀ ਨਹੀਂ ਜਾਂਦੀ। ਉਹਦੇ ਕਰਕੇ ਥੋੜ੍ਹੀ ਜਿਹੀ ਉਹਦੀ ਮੂਵਮੈਂਟ ਕੀ ਆ, ਤਿਰਛੀ ਹੁੰਦੀ ਆ, ਮਤਲਬ ਇੱਕ ਸਾਈਡ ਨੂੰ ਚੱਲਦੀ ਹੁੰਦੀ ਆ।
ਉਹ ਆਪਾਂ ਨੈਕਸਟ ਪੜਾਂਗੇ ਸਟੂਡੈਂਟ, ਉਹਦੇ ਵਿੱਚ ਆਪਣੇ ਵਿੱਚ ਡਿਸਕਸ ਕਰਾਂਗੇ ਇਹਦੇ ਬਾਰੇ ਲੌਂਗ 'ਚ। ਅੰਡਰਸਟੂਡ। ਐਂਗਲ ਕੀ ਆ 66 ਤੋਂ ਅਬਵ 1 ਆਰ 2, ਇਹ ਆਪਣਾ ਐਂਗਲ ਸੀ। ਹੁਣ ਆਪਾਂ ਨੈਕਸਟ ਕਰਦੇ ਹੈਗੇ ਹਾਂ, ਇਸੇ ਤਰ੍ਹਾਂ ਹੀ ਸਟੂਡੈਂਟ ਤੁਸੀਂ ਪਿਕ ਵੀ ਦੇਖ ਸਕਦੇ ਆ ਹੈ ਨਾ, ਸਕੂਲ ਦੇ ਵਿੱਚ ਵੀ ਐਕਸਪੈਰੀਮੈਂਟ ਕਰ ਸਕਦੇ ਆ ਕਿ ਗਲੋਬ ਵੀ ਇਸ ਤਰ੍ਹਾਂ ਹੀ ਬਣਿਆ ਹੋਇਆ, ਇਸੇ ਐਂਗਲ ਦੀ ਸ਼ੇਪ 'ਤੇ ਬਣਿਆ ਹੋਇਆ। ਜਿਹੜੀਆਂ ਰੋਟੇਸ਼ਨ ਦੀ ਗੱਲ ਕਰਾਂਗੇ, ਧਰਤੀ ਦੀ ਰੋਟੇਸ਼ਨ ਕਿੱਦਾਂ ਸਟੂਡੈਂਟ, ਇਸ ਤਰ੍ਹਾਂ, ਠੀਕ ਹੈ। ਇਸ ਤਰ੍ਹਾਂ ਨਹੀਂ ਆਪਾਂ ਕਰ ਸਕਦੇ ਗੇ, ਇਸ ਤਰ੍ਹਾਂ ਤਾਂ ਹੁੰਦੇ 90 ਡਿਗਰੀ ਰੈਕਟੈਂਗਲ 'ਤੇ ਜਿਹੜੀ ਰੋਟੇਸ਼ਨ ਸੀਗੀ ਸਟੂਡੈਂਟ ਇਸ ਤਰ੍ਹਾਂ ਹੋਣੀ ਸੀਗੀ, ਹੈ ਨਾ। ਹੁਣ ਆਪਾਂ ਗੱਲ ਕਰਦੇ ਹਾਂ ਇਹਦੀ ਰੋਟੇਸ਼ਨ ਇਸ ਤਰ੍ਹਾਂ ਬਣਨੀ, ਠੀਕ ਆ, ਇਲੈਪਟੀਕਲ ਸ਼ੇਪ, ਇਸ ਤਰ੍ਹਾਂ ਨਹੀਂ ਇਹਦੀ ਰੋਟੇਸ਼ਨ ਹੋ ਸਕਦੀ। ਓਕੇ ਨੈਕਸਟ। It is because of the earth rotation that sun seems to be rising and setting. ਇਹ ਅਰਥ ਰੋਟੇਸ਼ਨ ਕਰਕੇ ਆ ਸਟੂਡੈਂਟ, ਜਿਹੜਾ ਸਨ ਆ ਆਪਣਾ ਸੂਰਜ ਹੈ ਰਾਈਜ਼ ਹੁੰਦਾ, ਜਿਹਦੇ ਕਰਕੇ ਆਪਣਾ ਦਿਨ ਚੜ੍ਹਦਾ ਹੈਗਾ ਅਤੇ ਆਪਣੀ ਨਾਈਟ ਹੁੰਦੀ ਹੈ, ਰਾਤ ਹੁੰਦੀ ਹੈਗੀ ਹੈ ਨਾ। ਵੈਨ ਦੀ ਅਰਥ ਮੂਵਸ ਔਨ ਇਟਸ ਐਕਸਿਸ, ਹਾਫ ਔਨ ਇਟਸ ਸਰਫੇਸ ਇਜ਼ ਦੀ ਫੇਸਿਸ ਟੂ ਦੀ ਸਨ ਐਟ ਏ ਟਾਈਮ। ਮੋਸਟ ਇੰਟਰਸਟਿੰਗ ਥਿੰਗ ਸਟੂਡੈਂਟ, ਵਿਚ ਇਜ਼ ਦੀ ਅਦਰ ਹਾਫ ਰਿਮੇਨਸ ਅਵੇ ਫਰੋਮ ਦੀ ਸਨਲਾਈਟ। ਸਟੂਡੈਂਟ ਦੇਖੋ ਪਿਕ ਸ਼ੋ ਹੋ ਰਹੀ ਹੈ ਤੁਹਾਨੂੰ, ਪਿਕ ਦੇ ਵਿੱਚ ਕੀ ਹੈ ਸਟੂਡੈਂਟ, ਫੋਰ ਐਗਜ਼ਾਮਪਲ ਆ ਸਨ ਆ, ਤੁਸੀਂ ਆਪਣੇ ਜੇ ਐਕਸਪੈਰੀਮੈਂਟ ਆ ਉਸਨੂੰ ਬੋਲ ਲੈ ਸਕਦੇ ਹੋ, ਤੁਸੀਂ ਇੱਕ ਫੁੱਟਬਾਲ ਲੈ ਸਕਦੇ ਆ, ਜਾਂ ਜਿਸ ਨਾਲ ਤੁਸੀਂ ਕ੍ਰਿਕਟ ਖੇਡਦੇ ਹੋ ਉਹ ਬੋਲ ਲੈ ਸਕਦੇ ਆ। ਤੁਸੀਂ ਕਿ ਉਹਦੇ ਇੱਕ ਸਾਈਡ ਤੋਂ ਲੇਜ਼ਰ ਮਾਰੋਗੇ, ਕਿਸੇ ਵੀ ਲੇਜ਼ਰ ਮਤਲਬ ਤੋਂ ਬੈਟਰੀ ਯੂਜ਼ ਕਰਕੇ ਤੁਸੀਂ ਚੈਨਲ ਕਰਨਾ ਹੈਗਾ, ਉਹਦੇ ਥਰੂ ਤੁਹਾਨੂੰ ਪਤਾ ਲੱਗੂਗਾ। ਸਟੂਡੈਂਟ ਦੇਖੋ ਬੇਟਾ ਆਹ ਸਨ ਆ, ਠੀਕ ਆ। ਹੁਣ ਸਨ ਦੀ ਲਾਈਟ ਪੈ ਰਹੀ ਆ ਅਰਥ 'ਤੇ, ਤੁਸੀਂ ਦੇਖ ਰਹੇ ਹੋ ਇਸ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਆ। ਜਿਹੜਾ ਪਾਰਟ ਅਰਥ ਦਾ ਸਨ ਦੇ ਬਿਲਕੁਲ ਸਾਹਮਣੇ ਆ, ਫਰੰਟ ਆ, ਸਨ ਦੀ ਲਾਈਟ ਬਿਲਕੁਲ ਸਾਹਮਣੇ ਹੈਗਾ, ਉੱਥੇ ਕੀ ਤੁਸੀਂ ਦੇਖ ਰਹੇ ਹੋ ਕਿ ਲਾਈਟ ਆ, ਚਾਨਣਾ, ਠੀਕ ਆ। ਦੂਸਰੀ ਸਾਈਡ ਕੀ ਆ, ਡਾਰਕ ਆ। ਸੋਚੋ ਸਟੂਡੈਂਟ ਇਹ ਕੀ ਹੋ ਸਕਦਾ, ਦੇਖੋ ਬੇਟਾ ਜਿੱਥੇ ਤਾਂ ਲਾਈਟ ਆ ਗਈ ਆਪਣੇ ਕੋਲ, ਹੈ ਨਾ, ਉਹ ਡੇ ਆ। ਜੋ ਚੀਜ਼ ਡਾਰਕ ਹੋ ਚੁੱਕੀ ਹੈ, ਜਿਹਦੇ ਉੱਪਰ ਮਤਲਬ ਜਿਹੜੀ ਇਹਦੀ ਲਾਈਟ ਆ ਸਨ ਦੀ, ਜਿਹੜੀਆਂ ਵੇਵਜ਼ ਆ ਉਹ ਨਹੀਂ ਪਹੁੰਚ ਰਹੀਆਂ, ਹੈ ਨਾ, ਉਹ ਕੀ ਆ, ਨਾਈਟ ਬਣ ਜਾਂਦੀ ਹੈ। ਇੱਧਰ ਆਪਣਾ ਡੇ ਆ ਸਟੂਡੈਂਟ, ਇੱਧਰ ਨਾਈਟ ਆ। ਹੁਣ ਜਦੋਂ ਜਿਹੜੀ ਧਰਤੀ ਦੀ ਜੇ ਗੱਲ ਕਰਦੇ ਹਾਂ ਅਰਥ, ਇਸ ਤਰ੍ਹਾਂ ਜਦੋਂ ਉਹਨੇ ਰਿਵੋਲਵ ਕੀਤਾ ਉੱਪਰ ਨੂੰ, ਜਿੱਥੋਂ ਰਿਵੋਲਵ ਕਰੂਗੀ ਇਸ ਸਾਈਡ ਨੂੰ, ਜਿਹੜਾ ਆਹ ਸਾਈਡ ਡਾਰਕ ਹੁੰਦੀ ਜਾਣੀ ਹੈ ਸਟੂਡੈਂਟ, ਇਹ ਕੀ ਆ, ਨਾਈਟ ਹੋ ਜਾਣੀ ਹੈ। ਇੱਧਰ ਕੀ ਆ, ਦਿਨ ਚੜ੍ਹਦਾ ਜਿਹੜਾ ਮਾਰਨਿੰਗ ਹੁੰਦੀ ਜਾਂਦੀ ਹੈ। ਓਕੇ, ਇਸ ਤਰ੍ਹਾਂ ਸਟੂਡੈਂਟ ਹਾਫ ਪਾਰਟ ਜਿਹੜਾ ਆਪਣੀ ਅਰਥ ਦਾ ਹਮੇਸ਼ਾ ਨਾਈਟ ਹੁੰਦੀ ਆ, ਹਾਫ ਪਾਰਟ ਦੇ ਵਿੱਚ ਦਿਨ ਹੁੰਦਾ। ਇਸ ਤਰ੍ਹਾਂ ਤੁਸੀਂ ਤੁਹਾਡੇ ਰਿਸ਼ਤੇਦਾਰ ਵਗੈਰਾ ਹੈ ਨਾ, ਰਿਲੇਟਿਵ ਬਾਹਰ ਗਏ ਹੋਣਗੇ, ਤੁਸੀਂ ਉਸ ਨੂੰ ਕਹਿੰਦੇ ਹੋਣਗੇ ਸਾਡੇ ਤਾਂ ਇੱਧਰ ਅਸੀਂ ਕੰਮ 'ਤੇ ਗਏ ਹੋਏ ਹਾਂ, ਸਾਡੇ ਇੱਧਰ ਦਿਨ ਆ ਅਤੇ ਇੱਧਰ ਆਪਣੇ ਕੀ ਆ, ਰਾਤ ਹੁੰਦੀ ਹੈ। ਇਹਦੇ ਕਰਕੇ ਹੀ ਹੈ, ਇਟ ਇਜ਼ ਡਿਊ ਟੂ ਦਿਸ ਰੋਟੇਸ਼ਨ। ਅੰਡਰਸਟੂਡ ਬੇਟਾ। ਇਹਦਾ ਰਿਜ਼ਲਟ ਕੀ ਨਿਕਲਦਾ ਸਟੂਡੈਂਟ, ਐਜ਼ ਏ ਰਿਜ਼ਲਟ ਐਂਡ ਦੀ ਪਾਰਟ ਆਫ ਅਰਥ ਰਿਸੀਵਜ਼ ਸਨਲਾਈਟ, ਰਿਸੀਵ ਕਰਦੇ ਆ ਜਿਹੜਾ ਪਾਰਟ ਸਨ ਦੀ ਲਾਈਟ ਨੂੰ ਰਿਸੀਵ ਕਰ ਲਿਆ, ਇਟ ਇਜ਼ ਦੀ ਡੇ, ਵਾਈਲ ਦੀ ਅਦਰ ਪਾਰਟ ਇਜ਼ ਨਾਈਟ। ਓਕੇ, this part is night and this part is day. This is the phenomena alternative day and night result of earth movement of its axis. Student, ਜਿਹੜੇ ਦਿਨ ਰਾਤ ਹੁੰਦੇ ਆ, ਡੇ ਐਂਡ ਨਾਈਟ ਹੁੰਦੇ ਆ, ਉਹ ਅਰਥ ਦੇ ਮੂਵਮੈਂਟ ਕਰਕੇ ਹੀ ਹੁੰਦੇ ਆ, ਕਿਉਂਕਿ ਉਹ ਆਪਣੇ ਐਕਸਿਸ ਦੇ ਦੁਆਲੇ ਘੁੰਮਦੀ ਹੈਗੀ ਆ। ਜਦੋਂ ਅਰਥ ਦੀ ਇੱਕ ਸਾਈਡ ਸਨ ਦੇ ਸਾਹਮਣੇ ਜਾਂਦੀ ਹੈਗੀ ਆ, ਫਰੰਟ ਹੁੰਦਾ ਹੈਗਾ, ਉੱਧਰਲੀ ਸਾਈਡ ਦਿਨ ਚੜ੍ਹ ਜਾਂਦਾ ਹੈਗਾ, ਦੂਸਰੀ ਸਾਈਡ ਕੀ ਆ, ਰਾਤ ਹੋ ਜਾਂਦੀ ਆ। ਦਿਸ ਇਜ਼ ਦੀ ਇਫੈਕਟਡ ਜਿਹੜੀ ਰੋਟੇਸ਼ਨ ਆਪਾਂ ਕਹਿ ਸਕਦੇ ਹਾਂ, ਜਿਹੜੀ ਅਰਥ ਦੀ ਰੋਟੇਸ਼ਨ ਆ ਡੇ ਐਂਡ ਨਾਈਟ ਨੂੰ ਵੀ ਇਫੈਕਟ ਕਰਦੀ ਹੈਗੀ ਆ। ਹੁਣ ਇਫੈਕਟ ਆਫ ਅਰਥ ਰੋਟੇਸ਼ਨ ਸਟੂਡੈਂਟ, ਮੈਂ ਆਸ ਕਰਦਾ ਕਿ ਤੁਸੀਂ ਆਹ ਜਿਹੜਾ ਪਿਛਲਾ ਜੋ ਮੈਂ ਤੁਹਾਨੂੰ ਸਟੱਡੀ ਕਰਵਾਤਾ ਹੈਗਾ ਚੰਗੀ ਤਰ੍ਹਾਂ ਸਮਝ ਕੇ, ਸਾਨੂੰ ਇੱਕ ਇਫੈਕਟ ਤਾਂ ਆਲਰੇਡੀ ਮੈਂ ਸਮਝਾ ਚੁੱਕੀ ਹਾਂ, ਠੀਕ ਹੈ। ਡੇ ਐਂਡ ਨਾਈਟ ਦਾ ਰੋਟੇਸ਼ਨ ਦਾ ਫਰਕ ਕੀ ਆ, ਡੇ ਐਂਡ ਨਾਈਟ। ਸਪੋਜ਼ ਦੀ ਅਰਥ ਸਟੋਪਸ ਰੋਟੇਸ਼ਨ, ਜੇ ਆਪਾਂ ਗੱਲ ਕਰਦੇ ਹਾਂ ਜਿਹੜੀ ਅਰਥ ਆ ਆਪਣੀ ਜਿਹੜੀ ਰੋਟੇਸ਼ਨ ਆ ਉਹਨੂੰ ਸਟੋਪ ਕਰ ਦਿੰਦੀ ਹੈ, ਮਤਲਬ ਤਾਂ ਸਟੂਡੈਂਟ ਕੀ ਹੋਊਗਾ, 1 ਐਂਡ ਹਾਫ ਪਾਰਟ ਜਿਹੜਾ ਹੋਊਗਾ ਇਸ ਪਰਮਾਨੈਂਟਲੀ ਡੇ, ਉਹ ਦਿਨ ਹੀ ਰਿਹਾ ਕਰੂ ਉੱਥੇ, ਅਤੇ ਦੂਸਰੀ ਸਾਈਡ ਕੀ ਆ, ਰਾਤ ਪਰਮਾਨੈਂਟਲੀ ਨਾਈਟ ਹੋ ਜਾਣੀ ਹੈ।
ਆਹੀ ਫਰਕ ਆ ਸਟੂਡੈਂਟ। ਜੇ ਉਹ ਆਪਣੀ ਰੋਟੇਸ਼ਨ ਅਰਥ ਸਟਾਪ ਕਰ ਦਿੰਦੀ ਹੈਗੀ ਆ ਤਾਂ ਆਪਣਾ ਪਰਪੈਚੁਅਲ ਸਟੂਡੈਂਟ ਤਾਂ ਕੰਟੀਨਿਊ, ਓਕੇ, ਪਰਮਾਨੈਂਟਲੀ ਬੋਲ ਸਕਦੇ ਹਾਂ ਪਰਪੈਚੁਅਲ ਕੰਟੀਨਿਊ, ਲਗਾਤਾਰ ਉਹੀ ਚੀਜ਼ ਰਹਿਣੀ। ਇੱਕ ਸਾਈਡ ਜਿੱਧਰਲੀ ਸਾਈਡ 'ਚ ਰੋਸ਼ਨੀ ਹੋਊਗੀ, ਲਾਈਟ ਪਊਗੀ, ਉੱਧਰ ਡੇ ਹੋਊਗਾ, ਦੂਸਰੀ ਸਾਈਡ ਕੀ ਆ, ਨਾਈਟ ਹੋਊਗੀ। ਸੋ ਇਟ ਇਜ਼ ਬਿਕੋਜ਼ ਦੀ ਰੋਟੇਸ਼ਨ ਆਫ ਅਰਥ that day and night is caused, they follow each other all the part of earth। ਸੋ ਬੇਟਾ ਇਹਦੇ ਕਰਕੇ ਹੀ ਅਸੀਂ ਦਿਨ ਅਤੇ ਰਾਤ ਨੂੰ ਮਤਲਬ ਡੇ ਐਂਡ ਨਾਈਟ ਨੂੰ ਇੰਜੋਏ ਕਰਦੇ ਹੈਗੇ ਹਾਂ, ਓਕੇ। ਦੈਨ ਨੈਕਸਟ ਕੀ ਹੈ ਸਟੂਡੈਂਟ ਬੇਟਾ, ਦੀ ਅਰਥ ਮੂਵਜ਼ ਫਰੋਮ ਵੈਸਟ ਟੂ ਈਸਟ। ਅਰਥ ਦੀ ਮੂਵਮੈਂਟ ਕੀ ਆ, ਵੈਸਟ ਟੂ ਈਸਟ। Because of the movement and rotation of earth, the sun, moon, stars appear us as if moving the earth from east to west। ਜਿਹੜੀ ਸਟੂਡੈਂਟ ਅਰਥ ਦੀ ਰੋਟੇਸ਼ਨ ਹੈਗੀ ਆ ਵੈਸਟ ਟੂ ਈਸਟ ਹੈਗੀ ਆ, ਠੀਕ ਆ, ਉਹਦੇ ਰੋਟੇਸ਼ਨ ਦੇ ਕਰਕੇ ਹੀ ਅਸੀਂ ਕੀ ਮੰਨ ਸਕਦੇ ਹਾਂ, ਸਨ ਨੂੰ ਦੇਖ ਸਕਦੇ ਹਾਂ, ਮੂਨ ਨੂੰ ਇੰਜੋਏ ਕਰ ਸਕਦੇ ਹਾਂ, ਸਟਾਰ ਦੇਖਦੇ ਹਾਂ। ਦੇਖੋ ਨਾਈਟ ਟਾਈਮ ਅਸੀਂ ਕੀ ਦੇਖਦੇ ਹਾਂ, ਮੂਨ ਐਂਡ ਸਟਾਰ ਅਪੀਅਰਸ ਹੋ ਜਾਂਦੇ ਆ, ਐਂਡ ਦੈਨ ਟਾਈਮ ਅਸੀਂ ਕੀ ਸਨ ਦਿਖਦਾ ਹੈਗਾ ਸਨ, ਠੀਕ ਆ, ਇਹ ਇਹਦੇ ਕਰਕੇ ਹੀ ਆ। Both of the morning and evening the rays of the sun slanting। ਧਿਆਨ ਦਿਓ ਬੇਟਾ, ਸਲੈਂਟਿੰਗ ਹੁੰਦਾ ਤਿਰਛੀਆਂ, ਮਤਲਬ ਟੇਢੀਆਂ ਕਿਰਨਾਂ ਇੱਕ ਹਿਸਾਬ ਨਾਲ ਕਹਿ ਦਿੰਦੇ ਆ। ਦੇ ਫਾਲ ਔਨ ਦੀ ਲਾਰਜ ਏਰੀਆ ਔਨ ਦੀ ਅਰਥ। ਹੁਣ ਮਾਰਨਿੰਗ ਟਾਈਮ ਅਤੇ ਈਵਨਿੰਗ ਟਾਈਮ ਸਟੂਡੈਂਟ ਤੁਹਾਡੇ ਮਾਈਂਡ ਦੇ ਵਿੱਚ ਕੁਐਸਚਨ ਆਉਂਦਾ ਹੋਊਗਾ ਕਿ ਮਾਰਨਿੰਗ ਅਤੇ ਈਵਨਿੰਗ ਟਾਈਮ ਜਿਹੜਾ ਮੌਸਮ ਹੁੰਦਾ ਜਦੋਂ ਗਰਮੀਆਂ ਹੁੰਦੀਆਂ, ਮਤਲਬ ਸਮਰ ਦੇ ਵਿੱਚ ਕੁਝ ਮਤਲਬ ਜ਼ਿਆਦਾ ਗਰਮੀ ਨਹੀਂ ਹੁੰਦੀ, ਠੰਡਾ ਹੁੰਦਾ ਮੌਸਮ। ਉਹਦਾ ਰੀਜ਼ਨ ਕੀ ਆ ਸਟੂਡੈਂਟ, ਜਿਹੜੀਆਂ ਸਨ ਦੀਆਂ ਰੇਜ਼ ਆ ਆਪਣੇ ਉੱਪਰ ਪੈਂਦੀਆਂ, ਰੋਸ਼ਨੀ ਪੈਂਦੀ ਆ, ਥੋੜ੍ਹੀਆਂ ਸਲੈਂਟਿੰਗ ਤਿਰਛੀਆਂ ਹੁੰਦੀਆਂ, ਕਿਉਂਕਿ ਜਿਹੜਾ ਸਨ ਇੱਕ ਸਾਈਡ ਤੋਂ ਚੜ੍ਹ ਰਿਹਾ ਹੁੰਦਾ, ਉਹ ਪ੍ਰੋਪਰਲੀ ਸਾਡੇ ਤੱਕ ਜਿਹੜੀਆਂ ਕਿਰਨਾਂ, ਜਿਹੜੀਆਂ ਰੇਜ਼ ਹੁੰਦੀਆਂ ਪਹੁੰਚਦੀਆਂ ਨਹੀਂ, ਉਹ ਰਸਤੇ ਦੇ ਵਿੱਚ ਕੀ ਆ, ਖਿੱਲਰ ਜਾਂਦੀ, ਮਤਲਬ ਫੈਲ ਜਾਂਦੀਆਂ ਹੈਗੀਆਂ। ਦੇ ਫਾਲ ਔਨ ਏ ਲਾਰਜ ਏਰੀਆਜ਼ ਐਂਡ ਦੀ ਅਰਥ। ਕੋਈ ਵੀ ਜਦੋਂ ਸਿੱਧੀ ਸਟਰੇਟ ਮਤਲਬ ਪੁਆਇੰਟ ਟੂ ਪੁਆਇੰਟ ਰੇਜ਼ ਨਾ ਪੈਣ ਕਰਕੇ ਜਦੋਂ ਸਟੂਡੈਂਟ ਫੈਲ ਜਾਂਦੀ ਆ, ਉਹਦੀ ਕੀ ਆ, ਪਾਵਰ ਘੱਟ ਜਾਂਦੀ ਹੈਗੀ। ਇਹਦੇ ਕਰਕੇ ਆਪਣੀ ਡਾਇਰੈਕਟ ਮਤਲਬ ਮੇਨ ਇਹਦੇ ਕਰਕੇ ਕੀ ਆ, ਆਪਾਂ ਥੋੜ੍ਹਾ ਜਿਹਾ ਮੋਰਨਿੰਗ ਅਤੇ ਈਵਨਿੰਗ ਟਾਈਮ ਵੈਦਰ ਵਧੀਆ ਫੀਲ ਕਰਦੇ ਹੈਗੇ ਆ, ਮਤਲਬ ਸਮਰ ਦੇ ਵਿੱਚ ਕੀ ਆ, ਠੰਡਾ ਹੁੰਦਾ ਵੈਦਰ। ਬਟ ਐਟ ਏ ਨੂਨ, ਜਦੋਂ ਸਟੂਡੈਂਟ ਨੂਨ ਦਾ ਮਤਲਬ ਸਟੂਡੈਂਟ ਹੁੰਦਾ 12 ਓ ਕਲੋਕ ਕਹਿ ਸਕਦੇ ਹਾਂ, ਜਾਂ 12 ਓ ਕਲੋਕ ਟੂ 3 ਓ ਕਲੋਕ ਤੱਕ ਦਾ ਸਮਾਂ ਜੋ ਨੂਨ ਦੇ ਵਿੱਚ ਆ ਜਾਂਦਾ। ਦੀ ਰੇਜ਼ ਆਫ ਸਨ ਆਰ ਮੂਨ, ਦੀ ਰੇਜ਼ ਆਫ ਸਨ ਆਰ ਮੋਰ ਲਿਸ ਵਰਟੀਕਲ। ਵਰਟੀਕਲ ਹੁੰਦਾ ਸਿੱਧੀਆਂ ਪੈਂਦੀਆਂ, ਬਹੁਤ ਜ਼ਿਆਦਾ ਸਿੱਧੀਆਂ ਪੈਂਦੀਆਂ, ਉਹਦੇ ਕਰਕੇ ਕੀ ਹੈ ਜੀ, ਗਰਮੀ ਜ਼ਿਆਦਾ ਹੁੰਦੀ ਹੈ। ਦੇ ਫਾਲ ਇਨ ਸਮਾਲਰ ਏਰੀਆ ਐਂਡ ਮੇਕ ਇਟ ਵੈਰੀ ਹੌਟ, ਕਿਉਂਕਿ ਸਿੱਧੀਆਂ ਪੈਂਦੀਆਂ ਹੈਗੀਆਂ, ਕਿਤੇ ਲਾਰਜ ਏਰੀਏ ਦੇ ਵਿੱਚ ਇੱਕੋ ਰੇ ਨਹੀਂ ਜਾਣਾ, ਖਿੱਲਰ ਜਾਂਦੀ ਹੈਗੀ ਆ, ਠੀਕ ਆ, ਡਿਊ ਟੂ ਡਿਸਟਰਬੈਂਸ ਹੋ ਜਾਂਦੀ ਆ। ਬਟ ਇੰਨੇ ਆਪਾਂ ਕਹਿ ਸਕਦੇ ਹਾਂ ਦੁਪਹਿਰ ਦੇ ਸਮੇਂ ਨੂਨ ਟਾਈਮ ਕੀ ਆ, ਉਹ ਜਿਹੜੀਆਂ ਕਿਰਨਾਂ ਰੋਸ਼ਨੀ ਸਿੱਧੀ ਪੈਂਦੀ ਹੈਗੀ ਆ। ਸੋ ਇੰਨੀ ਨੂਨ ਆਰ ਕੰਪੈਰੇਟਿਵਲੀ ਹੌਟਰ ਕੰਪੇਅਰਡ ਟੂ ਬੋਥ ਮਾਰਨਿੰਗ ਐਂਡ ਈਵਨਿੰਗ। ਸੋ ਕੀ ਆ, ਜਿਹੜਾ ਦੁਪਹਿਰ ਹੁੰਦੀ ਆ ਸਟੂਡੈਂਟ ਨੂਨ ਟਾਈਮ ਹੁੰਦਾ, ਉਹ ਕੀ ਆ, ਗਰਮ ਹੁੰਦਾ ਐਜ਼ ਕੰਪੇਅਰਡ morning and evening। Remember, days and nights are the same duration on the equator। These decrease and increase to northward or southward। ਆ ਦੇਖੋ ਬੇਟਾ, ਇਹ ਧਿਆਨ ਦੇਣਾ ਤੁਸੀਂ, ਡੇ ਐਂਡ ਨਾਈਟ ਤੁਸੀਂ ਦੇਖਦੇ ਹੋ ਕਿ ਦਿਨ ਵੱਧਦੇ ਘਟਦੇ ਰਹਿੰਦੇ ਆ, ਠੀਕ ਆ। ਡੇ ਕਈ ਵਾਰ ਲੌਂਗ ਹੋ ਜਾਂਦੀਆਂ, ਸਿਆਲਾਂ ਦੇ ਵਿੱਚ, ਸਰਦੀਆਂ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜੀਆਂ ਨਾਈਟ ਹੁੰਦੀਆਂ ਉਹ ਲੌਂਗ ਹੋ ਜਾਂਦੀਆਂ। ਇਹ ਕੀ ਆ, ਅਰਥ ਰੋਟੇਸ਼ਨ ਕਰਕੇ ਆ। ਬਟ ਜਿਹੜਾ ਇਕੁਏਟਰ ਆ, ਇਕੁਏਟਰ ਤਾਂ ਸਟੂਡੈਂਟ ਦੇਖੋ ਅਰਥ ਨੇ ਤਾਂ ਰੋਟੇਸ਼ਨ ਕਰ ਲਈ ਨਾ ਇਸ ਤਰ੍ਹਾਂ, ਆਹ ਜਿਹੜੀ ਇੰਨਾ ਏਰੀਆ ਸਾਈਡ ਵਾਲਾ ਏਰੀਆ ਆਪਾਂ ਕਹਿ ਸਕਦੇ ਹਾਂ, ਇਹ 'ਚ ਤਾਂ ਮੂਵਮੈਂਟ ਜ਼ਿਆਦਾ ਹੋਈ ਆ, ਉਹਦੇ ਕਰਕੇ ਜਿਹੜਾ ਦਿਨ ਰਾਤ ਦਾ ਫਰਕ ਹੁੰਦਾ। ਬਟ ਜਿਹੜਾ ਇਕੁਏਟਰ ਉਹ ਸੇਮ ਜਗ੍ਹਾ 'ਤੇ ਕਰਦਾ ਹੈਗਾ, ਉਹਦੇ ਕਰਕੇ ਕੀ ਆ, ਡੇ ਐਂਡ ਨਾਈਟ ਉੱਥੇ ਸੇਮ ਰਹਿੰਦੇ ਆ। ਅੰਡਰਸਟੂਡ। ਆਲ ਦੀ ਸੀ ਬ੍ਰੀਜ਼ਸ ਪਰਮਾਨੈਂਟ winds while blowing turn towards their rights to left hand because of according to the Faraday law, winds blowing northward, for example the north hemisphere, instead of the blowing straight, turn on their right hand and turn towards their left hand। ਸੋ ਸਟੂਡੈਂਟ ਉਹੀ ਕਨਸੈਪਟ ਆ ਗਿਆ ਕਿ ਫੈਰਲ ਨਾਂ ਦਾ ਪਰਸਨ ਸੀਗਾ, ਉਹਨੇ ਇਹ ਥਿਓਰੀ ਨੂੰ ਕਲੀਅਰ ਕੀਤਾ ਸੀਗਾ। ਇਹਦੇ ਕਰਕੇ ਹੀ ਰੋਟੇਸ਼ਨ ਕਰਕੇ ਹੀ ਜਿਹੜੇ ਨਾਰਥਵਰਡ ਮਤਲਬ ਨਾਰਥਵਰਡ ਤੋਂ ਲੈ ਕੇ ਨਾਰਥਨ ਤੱਕ ਜਿਹੜੀਆਂ ਮਤਲਬ ਹਵਾਵਾਂ ਚੱਲਦੀਆਂ ਹੈਗੀਆਂ, ਸਿੱਧੀਆਂ ਨਹੀਂ ਹੁੰਦੀਆਂ, ਉਹਦੇ ਕਰਕੇ ਤਿਰਛੀਆਂ ਚੱਲਦੀਆਂ ਹੈਗੀਆਂ। ਜੇ ਤਾਂ ਰੋਟੇਸ਼ਨ ਸਿੱਧੀ 90 ਡਿਗਰੀ 'ਤੇ ਕਰਦੀ ਸਟੂਡੈਂਟ, ਜਿਹੜੀਆਂ ਹਵਾਵਾਂ ਸੀਗੀਆਂ, ਜਿਹੜੀਆਂ ਬ੍ਰੀਜ਼ਸ ਵਗਣੀਆਂ ਸੀ, ਏਅਰ ਹੋਣੀਆਂ ਸੀ, ਪਰਮਾਨੈਂਟ ਵਿੰਡ ਜਿਹੜੀਆਂ ਸਟੂਡੈਂਟ
ਹੋ ਜਿਹੜੀਆਂ ਚੱਲਦੀਆਂ ਰਹਿੰਦੀਆਂ ਥੋੜ੍ਹਾ ਥੋੜ੍ਹਾ ਸਮਾਂ। ਓਕੇ, ਉਹਨਾਂ ਨੇ ਕੀ ਹੈ, ਇੱਕੋ ਨੌਰਥ ਟੂ ਸਾਊਥ, ਈਸਟ ਟੂ ਵੈਸਟ, ਜਾਂ ਕੁਛ ਵੀ ਲਿਖ ਸਕਦੇ ਹਾਂ, ਈਸਟ ਵੈਸਟ ਟੂ ਈਸਟ, ਹੈ ਨਾ, ਇਸ ਤਰ੍ਹਾਂ ਸਿੱਧੀਆਂ ਚੱਲਣਾ ਸੀਗਾ। ਬਟ ਥੋੜ੍ਹਾ ਜਦੋਂ ਰੋਟੇਸ਼ਨ ਧਰਤੀ ਦੇ ਆਪਾਂ ਵੇਖਿਆ ਐਂਗਲ ਵਿੱਚ ਫਰਕ ਹੋਣ ਕਰਕੇ ਜਿਹੜੀਆਂ ਹਵਾਵਾਂ ਕੀ ਆ ਹਮੇਸ਼ਾ ਤਿਰਛੀਆਂ ਚੱਲਦੀਆਂ। ਸੋ ਸਟੂਡੈਂਟ, ਥੈਂਕਸ ਬੇਟਾ ਫॉर ਵਾਚਿੰਗ ਮਾਈ ਵੀਡੀਓ। ਸਟੂਡੈਂਟ, ਆਸ ਕਰਦਾ ਕਿ ਤੁਸੀਂ ਇਹ ਲੈਕਚਰ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਸੋ ਥੈਂਕਸ ਬੇਟਾ, ਨੈਕਸਟ ਆਪਾਂ ਅਗਲੇ ਲੈਕਚਰ ਦੇ ਵਿੱਚ ਪੜ੍ਹਾਂਗੇ। ਓਕੇ।